ਜਿਹੜੀ ਸਭ ਤੋਂ ਬਿਹਤਰੀਨ ਚੀਜ਼ ਮੈਨੂੰ ਲੱਗੀ ਉੱਥੇ ਉਹ ਤੇ ਮੈਟਰੋ ਸੀ। ਮੈਟਰੋ ਔਰ Orange Lane। ਟ੍ਰੇਨ। ਇੱਥੋਂ ਅਸੀਂ ਗਏ ਫਿਰ ਤੁਰਕੀ ਫਿਰ 3 ਦਿਨ ਰਹੇ ਉੱਥੇ। ਇਸਤੰਬੁਲ ਫਿਰਿਆ, ਬਲੂ ਮਾਸਕ, ਆਇਆ ਸੋਫੀਆ, ਆਪਣੇ ਮੂਨ ਮਾਰਕੀਟ ਦੇ ਵਿੱਚ ਸ਼ਮੀ ਪਾਨ ਵਾਲਾ ਬੜਾ ਪੁਰਾਣਾ ਬੈਠਾ, ਉਹਨੂੰ ਕੋਈ ਜਾਣਾ ਸਾਡਾ ਜਾਣਾ ਨਾ, ਉਹ ਜਿਹਨੂੰ ਕਹਿ ਲਓ ਕਿ ਉੱਥੇ ਫਰਜ਼ ਹੋ ਜਾਂਦਾ। ਮੱਛੀ ਹਰ ਜਗ੍ਹਾ ਖਾਦੀ। ਬਸ ਐਂਡ ਤੇ ਅਸੀਂ ਇੱਕ ਹੀ ਗੱਲ ਕਹਾਂਗਾ ਜੀ ਕਿ ਭਾਵੇਂ ਲਾਹੌਰ ਹੀ बिस्मिल्लाहिर्रहमानिर्रहीम। दोस्तों, मैं हूं सैयद इजाज़ गिलानी। आज आपके साथ एक नई वीडियो के साथ हाज़िर हैं। आज हम बात करेंगे अपने एक बहुत ही अज़ीज़ दोस्त शाहिद ख़ान साहब, जो कनाडा में एक अरसा से मुकीम हैं और यहाँ की ज़िंदगी के नशेब अफराज उन्होंने बहुत देखे हैं। यहाँ पे बहुत मेहनत की है। अब इनके बच्चे माशाल्लाह यूनिवर्सिटी गोइंग हो गए हैं, ग्रोन अप हैं। तो गुज़श्ता दिनों ये लाहौर तशरीफ़ ले गए थे कोई 7-8 साल के अरसे के बाद। तो आज हमारी मुलाकात हुई है यहाँ पे टोरंटो में एक रेस्टोरेंट में। तो इनसे हम बात करेंगे कि ये लाहौर गए तो इन्होंने क्या देखा। तो इनका शौक़ है कि ये पंजाबी बोलते हैं, तो आइए इनसे पंजाबी में ही गुफ्तगू और लुत्फ़ लेते हैं कि लाहौर में इन्होंने क्या क्या देखा और कैसे वहाँ लाइफ को इतने अरसे के बाद तब्दील पाया या उसी तरह पाया, या लोगों के रवैये कैसे हैं। तो आइए इनसे बात करते हैं। जी खान साहब। लाहौर जनाब, वो लाहौर के बारे जिवें कहते ना कि लाहौर है, तो वो वाकई लाहौर ही है। लाहौर च हर चीज़ हैगी अलहमदुलिल्लाह। लेकिन ਜਿਹੜੀ ਸਭ ਤੋਂ ਬਿਹਤਰੀਨ ਚੀਜ਼ ਮੈਨੂੰ ਲੱਗੀ ਉੱਥੇ ਉਹ ਤੇ ਮੈਟਰੋ ਸੀ। ਮੈਟਰੋ ਔਰ ਔਰੇਂਜ ਟ੍ਰੇਨ ਖਾਸ ਤੌਰ ਤੇ ਸਾਫ ਸੁਥਰੀ ਸਫਾਈ ਦਾ ਇੰਤਜ਼ਾਮ ਰੱਖਿਆ ਹੋਇਆ ਉਹਨਾਂ ਨੇ। ਬਾਹਰ ਸਟੇਸ਼ਨ ਤੋਂ ਬਾਹਰ ਤਾਂ ਖੈਰ ਉਹੀ ਗੰਦਗੀ ਹੈ, ਲੇਕਿਨ ਸਟੇਸ਼ਨ ਦੇ ਉੱਤੇ ਜਿਹੜਾ ਹੈ ਨਾ ਬੜਾ ਬਿਹਤਰੀਨ ਹੈ, ਮੈਨੂੰ ਅੱਛਾ ਲੱਗਾ ਹੈ। ਔਰ ਥੋੜਾ ਜਿਹਾ ਉੱਥੇ SOPs ਦਾ ਵੀ ਖਿਆਲ ਰੱਖਿਆ ਜਾਂਦਾ। ਇਹ ਤੁਸੀਂ ਔਰੇਂਜ ਲੇਨ ਦਾ ਅਗਰ ਇੱਥੇ ਜਿਹੜੀ ਟੋਰੰਟੋ ਦੀ ਸਬਵੇ ਹੈਗੀ ਹੈ ਉਹਦੇ ਨਾਲ ਮੁਆਜ਼ਨਾ ਕਰੋ ਤੇ ਕੋਈ ਤੁਹਾਨੂੰ ਬਿਹਤਰ ਲੱਗਾ ਜਾਂ ਕੋਈ ਬਰਾਬਰ ਲੱਗਿਆ ਕਿਵੇਂ? ਸਰ ਅਗਰ ਤੇ ਅਸੀਂ ਦੇਖੀਏ ਟੋਰੰਟੋ ਦਾ ਤੇ ਕੈਨੇਡਾ ਦਾ ਔਰ ਪਾਕਿਸਤਾਨ ਦਾ ਮੁਆਜ਼ਨਾ ਪੂਰੀ ਤਰ੍ਹਾਂ ਕਰੀਏ ਫਿਰ ਤੇ ਅਗਰ ਦੇਖਿਆ ਜਾਵੇ ਤੇ ਮੇਰਾ ਖਿਆਲ ਹੈ ਕਿ ਸਾਡੀ ਔਰੇਂਜ ਟ੍ਰੇਨ ਜਿਹੜੀ ਹੈ ਨਾ ਇਟਸ ਬੈਟਰ ਦੈਨ ਸਬਵੇ, ਕਿਉਂਕਿ ਸਾਡੇ ਰਿਸੋਰਸਿਸ ਉਸੇ ਹਿਸਾਬ ਨਾਲ ਨੇ। ਜਿੰਨੇ ਕੁ ਸਾਡੇ ਕੋਲ ਰਿਸੋਰਸਿਸ ਹੈਗੇ ਨੇ ਉਹ ਜਿੰਨੇ ਕੁ ਰਿਸੋਰਸਿਸ ਇਹਨਾਂ ਕੋਲ ਹੈਗੇ। ਇਕਨੋਮਿਕ ਸਾਡੀ ਕੰਡੀਸ਼ਨ ਜੋ ਹੈਗੀ ਹੈ ਉਹਨੂੰ ਕੰਪੈਰੀਜ਼ਨ ਕੀਤਾ ਜਾਵੇ ਤਾਂ ਫਿਰ ਮੇਰਾ ਖਿਆਲ ਹੈ ਕਿ ਔਰੇਂਜ ਟ੍ਰੇਨ ਜਿਹੜੀ ਹੈ ਨਾ ਫਿਰ ਟੌਪ ਹੈ। ਅੱਛਾ, ਇਹ ਦੱਸੋ ਕਿ ਲਾਹੌਰ 'ਚ ਕਿਹੜੇ ਕਿਹੜੇ ਇਲਾਕੇ ਫਿਰੇ ਤੇ ਕੀ ਕੀ ਖਾਧਾ ਉੱਥੋਂ ਦੇ ਜ਼ਰਾ? ਲਾਹੌਰ ਜਨਾਬ, ਲਾਹੌਰ ਦਾ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ, ਲੇਕਿਨ ਦੋਸਤਾਂ ਦੇ ਨਾਲ ਟਾਈਮ ਗੁਜ਼ਰਿਆ। ਇੱਕ ਮੇਰੇ ਦੋਸਤ ਸੀ ਜਿਹੜੇ ਕਿੱਥੋਂ ਮੈਨੂੰ ਲੈ ਕੇ ਗਏ ਸੀ ਨਾਲ। ਬੇਸਿਕਲੀ ਉਹਨਾਂ ਦੀ ਕਾਫੀ ਸੀ ਸਾਰੀ। ਉਹਨਾਂ ਦਾ ਨਾਮ ਦੱਸੋ ਨਾ। ਬਿਲਾਲ ਸਾਹਿਬ, ਰਾਣਾ ਬਿਲਾਲ। ਤੇ ਉਹ ਜਨਾਬ ਮੈਂ ਮਤਲਬ ਕਾਫੀ ਅਰਸੇ ਤੋਂ ਇਹ ਰੋਣਾ ਧੋਣਾ ਸ਼ੁਰੂ ਕੀਤਾ ਹੋਇਆ ਸੀ ਕਿ ਯਾਰ ਪਾਕਿਸਤਾਨ ਜਾਣਾ, ਪਾਕਿਸਤਾਨ ਨਹੀਂ ਗਿਆ, ਕਾਫੀ ਅਰਸਾ ਹੋ ਗਿਆ। ਉਹ ਇੱਕ ਦਿਨ ਮੈਨੂੰ ਫੋਨ ਕਰਕੇ ਕਹਿੰਦੇ ਖਾਨ ਸਾਹਿਬ ਤਿਆਰੀ ਵੱਟ ਲਓ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਜੀ ਭਾਈ ਜੀ ਮੈਂ ਸਾਰਾ ਕੁਝ ਕਰਨ ਲੱਗਾ, ਸਿਰਫ ਤੁਸੀਂ ਪੈਕਿੰਗ ਕਰਨੀ ਹੈ ਤੇ ਮੈਂ ਤੁਹਾਡੇ ਨਾਲ ਜਾ ਰਿਹਾ। ਤੇ ਅਲਹਮਦੁਲਿਲਾ ਉਹ ਫਿਰ ਉਹਨਾਂ ਨੇ ਕੀਤਾ। ਇੱਥੋਂ ਅਸੀਂ ਗਏ ਫਿਰ ਤੁਰਕੀ ਫਿਰ 3 ਦਿਨ ਰਹੇ ਉੱਥੇ। ਇਸਤੰਬੁਲ ਫਿਰਿਆ, ਬਲੂ ਮਾਸਕ, ਆਇਆ ਸੋਫੀਆ, ਤੋਪਾਪੀ ਮਿਊਜ਼ੀਅਮ। ਹੁਣ ਤਾਂ ਮਸਜਿਦ ਹੋ ਗਈ ਹੈ ਨਾ ਜੀ, ਆਇਆ ਸੋਫੀਆ ਜਿਹੜਾ ਮਿਊਜ਼ੀਅਮ। ਹਾਂਜੀ ਉਹ ਦੇਖਿਆ ਮੈਂ ਸਾਰਾ ਅਲਹਮਦੁਲਿਲਾ। ਅੱਛਾ, ਲਾਹੌਰ 'ਚ ਕੀ ਤੁਹਾਨੂੰ ਪਾਨ ਦਾ ਬੜਾ ਸ਼ੌਕ ਹੈ ਤੇ ਉੱਥੇ ਪਾਨਾਂ ਦੇ ਬਾਰੇ ਦੱਸੋ ਨਾ ਜ਼ਰਾ। ਦੇਖੋ ਜੀ ਪਾਨ ਤੇ ਉੱਥੇ ਬਿਲਕੁਲ ਸ਼ੌਕ ਹੈਗਾ। ਔਰ ਆਪਣੇ ਮੂਨ ਮਾਰਕੀਟ ਦੇ ਵਿੱਚ ਸ਼ਮੀ ਪਾਨ ਵਾਲਾ ਬੜਾ ਪੁਰਾਣਾ ਬੈਠਾ, ਉਹਨੂੰ ਕੋਈ ਜਾਣਾ ਸਾਡਾ ਜਾਣਾ ਨਾ, ਉਹ ਜਿਹਨੂੰ ਕਹਿ ਲਓ ਕਿ ਉੱਥੇ ਫਰਜ਼ ਹੋ ਜਾਂਦਾ ਤੇ ਸ਼ਾਮ ਨੂੰ ਉੱਥੇ ਜ਼ਰੂਰ ਜਾਈਦਾ ਸੀ, ਹਰ ਰੋਜ਼ ਹੀ ਤਕਰੀਬਨ। ਅੱਛਾ, ਹੋਰ ਕੀ ਖਾਧਾ ਪੀਤਾ? ਉੱਥੇ ਗੋਲ ਮੰਡੀ ਗਏ, ਉੱਥੇ ਦੀ ਖੀਰ ਖਾਧੀ। ਔਰ ਜਨਾਬ ਮੱਛੀ ਤਕਰੀਬਨ ਲਾਹੌਰ ਦੇ ਹਰ ਕੋਨੇ ਤੋਂ ਖਾ ਲਈ। ਦੋਸਤਾਂ ਨੇ ਕਿਹਾ ਜੀ ਅੱਜ ਫਲਾਣੀ ਜਗ੍ਹਾ ਜਾਣਾ ਹੈ, ਚਲੋ ਜੀ।
ਤੇ ਉਹ ਮੱਛੀ ਹਰ ਜਗ੍ਹਾ ਖਾਧੀ। ਯਾਸਰ ਬਰੋਸਟ ਹੈ, ਦੂਸਰੇ ਜਿਹੜਾ ਹੈ ਲਾਹੌਰ ਬਰੋਸਟ, ਪਤਾ ਨਹੀਂ ਕਿਹੜੇ ਕਿਹੜੇ ਨੇ, ਮੈਨੂੰ ਤਾਂ ਨਾਮ ਹੀ ਹੁੰਦੇ ਭੁੱਲ ਗਏ। ਤੇ ਲੋਕਾਂ ਦਾ ਜਿਹੜਾ ਰਵੱਈਆ ਹੈ ਤੁਹਾਨੂੰ ਆ ਮਜਮੂਈ ਜਿਹੜਾ ਤਸਰ ਹੈ ਯਾਨੀ 7 ਸਾਲ ਚ ਕੋਈ ਤਬਦੀਲ ਹੋਇਆ ਹੈ ਜਾਂ ਉਸੇ ਤਰ੍ਹਾਂ ਹੀ? ਬੇਸਿਕਲੀ ਓਵਰਆਲ ਮੈਂ ਦੇਖਣਾ ਕਿ ਗ੍ਰੈਜੂਅਲੀ ਇਹ ਆਹਿਸਤਾ ਆਹਿਸਤਾ ਜਿਹੜਾ ਨਾ ਕਿ ਥੋੜਾ ਜਿਹਾ ਰਵੱਈਆਂ 'ਚ ਤਬਦੀਲੀ ਆਈ ਹੈ ਤੇ ਲੋਕਾਂ ਨੇ ਉੱਥੇ ਵੈਸੇ ਰੋਣਾ ਧੋਣਾ ਜ਼ਿਆਦਾ ਲਾਇਆ ਹੋਇਆ ਹੈ। ਹਰ ਇੱਕ ਕਹਿ ਰਿਹਾ ਜੀ ਕਿ ਮਹਿੰਗਾਈ ਬੜੀ ਹੈ, ਮਹਿੰਗਾਈ ਬੜੀ ਹੈ, ਮਹਿੰਗਾਈ ਬੜੀ ਹੈ। ਪਤਾ ਨਹੀਂ ਹੁਣ ਖਾਨ ਸਾਹਿਬ ਦੇ ਬੋਝ ਦੇ ਵਿੱਚ ਗੱਲ ਕਰ ਤੇ ਜਾਂ ਫਿਰ ਉਹਦੇ ਨਾਲ ਕਿ ਉਹ ਸ਼ਰੀਫ ਬਰਾਦਰਾਂ ਦੀ ਮੁਹੱਬਤ 'ਚ ਕਰ ਰਹੇ ਨੇ। ਤੇ ਲੇਕਿਨ ਹੈਗਾ ਕਿ ਮੈਂ ਉੱਥੇ ਕਿਧਰੇ ਵੀ ਗੁਰਬਤ ਨਹੀਂ ਦੇਖੀ। ਹਰ ਰੈਸਟੋਰੈਂਟ ਭਰਿਆ ਹੋਇਆ ਸ਼ਾਮ ਨੂੰ, ਛੋਟੀ ਤੋਂ ਛੋਟੀ ਮਾਰਕੀਟ ਸ਼ਾਲਮੀ ਔਰ ਅਨਾਰਕਲੀ ਤੋਂ ਲੈ ਕੇ ਲਿਬਰਟੀ ਤੱਕ ਹਰ ਜਗ੍ਹਾ ਜਨਾਬ ਰਸ਼ ਪਿਆ ਹੈ। ਜਿਹੜਾ ਕਿ ਤੁਹਾਨੂੰ ਕੈਨੇਡਾ 'ਚ ਵੀ ਨਜ਼ਰ ਨਹੀਂ ਨਹੀਂ ਆਉਂਦਾ ਇੱਥੇ ਨਜ਼ਰ। ਉੱਥੇ ਜਨਾਬ ਹਰ ਬੰਦਾ ਇਸ ਤਰ੍ਹਾਂ ਖੁੱਲੇ ਹੱਥੋਂ ਜਿਹੜਾ ਨਾ ਪੈਸਾ ਖਰਚ ਕਰ ਰਿਹਾ। ਤੇ 에ਅਰਪੋਰਟ ਤੇ ਕੀ ਰਵੱਈਆ ਸੀ ਤੁਸੀਂ? 에ਅਰਪੋਰਟ ਓਵਰਆਲ ਅਗਰ ਮੈਂ ਦੇਖਾਂ ਤੇ ਓਵਰਆਲ ਮੈਂ ਸਮਝਣਾ ਕਿ ਠੀਕ ਹੀ ਸੀ। ਉੱਥੇ ਚੰਦ ਇੱਕ ਲੋਕ ਹੈਗੇ ਨੇ ਜਿਹੜੇ ਕਿ ਮਤਲਬ ਤੁਹਾਨੂੰ ਜਿਸ ਤਰ੍ਹਾਂ ਕਿ ਇੱਥੇ ਹੈਗਾ ਅਗਰ ਤੁਸੀਂ ਕਿਸੇ ਨੂੰ ਪੁੱਛਦੇ ਹੋ ਕਿ ਕਿੰਨੇ ਪੈਸੇ ਲਏਗਾ ਤੇ ਉਹ ਨਹੀਂ ਤੁਹਾਡੇ ਕੋਲ ਮਤਲਬ ਮੰਗ ਲਏਗਾ ਕभी ਕਿ। ਲੇਕਿਨ ਉੱਥੇ ਮੈਂ ਦੇਖਿਆ ਕਿ ਹਾਲੇ ਤੱਕ ਉਹ ਹੀ ਰਵੱਈਆ ਹੈ ਕਿ ਜੀ ਕਿ ਸਰ ਤੁਸੀਂ ਜੋ ਦੇ ਦਿਓਗੇ ਮੈਂ ਖੁਸ਼ ਹਾਂ, ਲੇਕਿਨ ਬਾਅਦ ਚ ਮਨਾ ਕੀ ਜਾਣਗੇ ਜੀ ਕਿ ਟਾਈਮ ਲੱਗਾ ਹੈ। ਤੇ ਜਿਹੜੇ ਸਾਡੇ ਵੀਰ ਪਾਕਿਸਤਾਨ 'ਚ ਬੈਠੇ ਉਹ ਕਹਿੰਦੇ ਨੇ ਸਾਨੂੰ ਕਿਸੇ ਤਰੀਕੇ ਨਾਲ ਕੋਈ ਬੰਦਾ ਕੈਨੇਡਾ ਲੈ ਜਾਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਭਜਨ ਜੇ ਜਿਹੜੀ ਜਗ੍ਹਾ ਤੇ ਤੁਹਾਡਾ ਰਿਜ਼ਕ ਲੱਗਿਆ ਹੋਇਆ ਹੈ, ਅੱਲਾ ਨੇ ਜਿੱਥੇ ਲਿਖਿਆ ਹੈ ਉੱਥੇ ਤੁਸੀਂ ਪਹੁੰਚ ਤੇ ਜਾਣਾ ਹੀ ਹੈ। ਤੇ ਐਵੇਂ ਆਪਣੇ ਆਪ ਨੂੰ ਤੰਗ ਕਰਨ ਦੀ ਜ਼ਰੂਰਤ ਕੋਈ ਨਹੀਂ ਔਰ ਐਵੇਂ ਕਿਲ ਨਾ ਪਾਓ ਤੇ ਆਪਣੀ ਮਿਹਨਤ ਕਰਦੇ ਰਹੋ। ਉੱਥੇ ਵੀ ਹੁੰਦਾ ਨਾ ਕਿ ਅੱਲਾ ਤੁਹਾਨੂੰ ਰਿਜ਼ਕ ਦੇ ਰਿਹਾ, ਮਿਲਣਾ ਉਨਾ ਹੀ ਹੈ ਜਿੰਨਾ ਤੁਹਾਡੇ ਨਸੀਬਾਂ ਦਾ, ਉਹ ਚਾਹੇ ਕੈਨੇਡਾ ਹੈ ਚਾਹੇ ਪਾਕਿਸਤਾਨ। ਪਾਕਿਸਤਾਨ 'ਚ ਵੀ ਦੇਖ ਲਓ ਉਹ ਉੱਥੇ ਮੈਂ ਦੇਖਿਆ ਕਿ ਉਹਦੇ ਨਾਲ ਜਿਹੜਾ ਨਾ ਕਈ ਐਸੇ ਮੈਂ ਤਵੱਕਲ ਵਾਲੇ ਲੋਕ ਦੇਖੇ ਨੇ ਜਿਹੜੇ ਕਿ ਸਿਰਫ ਰੇਹੜੀ ਲਾਈ ਹੋਈ ਹੈ, ਲੇਕਿਨ ਉਹ ਬੜਾ ਖੁਸ਼ ਹੈ। ਕਹਿੰਦੇ ਜੀ ਅਲਹਮਦੁਲਿਲਾ ਮੈਂ ਹੱਕ ਲਾ ਦੀ ਅੱਛੇ ਪੈਸੇ ਲੈ ਕੇ ਜਾਂਦਾ ਸ਼ਾਮ ਨੂੰ। ਤੇ ਕਈ ਹੈਗੇ ਨੇ ਉਹ ਪੈਸੇ ਹੱਥੋਂ ਤੰਗ ਵੀ ਨੇ, ਹੁੰਦਿਆਂ ਸੁਣਦਿਆਂ ਵੀ ਰੋਂਦੇ ਬਹੁਤ ਜ਼ਿਆਦਾ ਹੁੰਦਿਆਂ, ਮਤਲਬ ਬਹੁਤ ਜ਼ਿਆਦਾ ਹੋਣ ਤੋਂ ਵੀ ਤੰਗ ਨਹੀਂ ਤੇ ਜੀ ਬਹੁਤ ਜ਼ਿਆਦਾ ਹੈ ਸਾਹਮਣੇ। ਲਓ ਜੀ ਖਾਨ ਸਾਹਿਬ ਬੜੀ ਮਿਹਰਬਾਨੀ ਜਨਾਬ, ਤੁਸੀਂ ਸਾਡੇ ਨਾਲ ਆਪਣੀਆਂ ਬੜੀਆਂ ਸੋਹਣੀਆਂ ਗੱਲਾਂ ਸ਼ੇਅਰ ਕੀਤੀਆਂ। ਬਸ ਐਂਡ ਤੇ ਅਸੀਂ ਇੱਕ ਗੱਲ ਕਹਾਂਗਾ ਜੀ ਕਿ ਭਾਵੇਂ ਲਾਹੌਰ ਹੀ ਹੈ,